ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਨ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਕੋ ਗੁਰਪੁਰਾ ਭੇਟਿਓ, ਸਗਲੇ ਦੁਖ ਬਿਨਾਸੇ। ਵਾਹਿਗੁਰੂ ਸਾਹਿਬ ਜੀਓ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿ ਨਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿ ਨ ਪੀਤ। ਨਰ ਚਾਹਤ ਕਛ ਔਰ, ਔਰੇ ਕੀ ਔਰੇ ਭਈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤੇ ਮਾਈ ਭਾਈ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਸਤਿਗੁਰੂ ਤਿੰਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀ ਦੇ ਰਖਵਾਲੇ ਤਿੰਨਾਂ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕੇ ਸਤਿਗੁਰਾਂ ਦੇ ਧੁਰ ਦਰਗਾਹੀ ਅਲਾਹੀ ਬਚਨਾਂ ਨੂੰ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਸੱਚੀ ਸਰਕਾਰ ਦੇ ਧੁਰ ਦਰਗਾਹੀ ਬਚਨ ਅਲਾਹੀ ਬਾਣੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਦੁੱਖਾਂ ਨੂੰ ਖੰਡਣ ਵਾਲੀ ਬਾਣੀ, ਹਿਰਦੇ ਤਪਦਿਆਂ ਨੂੰ ਸ਼ਾਂਤ ਕਰਨ ਵਾਲੀ ਗੁਰਬਾਣੀ, ਉਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਸਹਿਬ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1428 ਅੰਗ ਤੇ ਅੱਜ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ
ਨਾਵੇਂ ਮਹੱਲੇ ਦੇ ਸ਼ਲੋਕਾਂ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਸਦਕਾ ਅੱਜ 37ਵੇਂ ਸ਼ਲੋਕ ਦੀ ਵਿਚਾਰ ਅੱਗੇ ਆਰੰਭ ਹੁੰਦੀ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸੰਸਾਰ ਦੇ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਰਨ ਕਾਰਨ ਕਾਦਰ ਸਮਰੱਥ ਗੁਰੂ ਸ੍ਰਿਸ਼ਟੀ ਦੀ ਚਾਦਰ ਦਾ ਤਾਰ ਪ੍ਰਭੂ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਵਿੱਚ ਆਏ ਹੋਏ ਜੀਵ ਜਿਹੜੇ ਨੇ ਇਹ ਆਪਣੇ ਮਨ ਨੂੰ ਮਾਲਕ ਵੱਲੇ ਲਾਉਣ ਦਾ ਯਤਨ ਕਰਨ, ਇਹਨਾਂ ਦਾ ਮਨ ਮਾਲਕ ਪ੍ਰਸਤ ਹੋ ਜਾਵੇ। ਜਦੋਂ ਕਿਸੇ ਨੂੰ ਵੀ ਕਹੀਏ ਨਾ ਚੱਲ ਭਈ ਫਲਾਣੇ ਥਾਂ ਤੇ ਆਪਾਂ ਦਰਸ਼ਨ ਮੇਲਾ ਕਰ ਆਈਏ, ਗੁਰਦੁਆਰੇ ਮੰਦਰ ਮਸਜਿਦ ਜਾਈਏ, ਫਲਾਣੇ ਅਸਥਾਨ ਦੇ ਦੀਦਾਰ ਕਰ ਆਈਏ, ਤੇ ਮਨੁੱਖ ਅੱਗੋਂ ਇੱਕੋ ਹੀ ਜਵਾਬ ਦਿੰਦਾ ਮੇਰਾ ਜੇ ਮਨ ਨਹੀਂ ਕਰਦਾ। ਤੇ ਜੇ ਕਿਤੇ ਇਹੀ ਭਾਵ ਨੂੰ ਉਲਟਾ ਕਰਕੇ ਲੈ ਲਾਵੇ, ਕਿਤੇ ਕੁਸੰਗਤ ਵਿੱਚ ਜਾਣਾ ਹੈ, ਮਾੜੀ ਜਗ੍ਹਾ ਤੇ ਜਾਣਾ ਹੈ, ਮਾੜਾ ਕਰਨ ਵਾਸਤੇ ਜਾਣਾ ਹੈ, ਮਾੜੇ ਪਾਸੇ ਤੁਰਨਾ ਹੈ, ਤੇ ਇਹੋ ਜਵਾਬ ਉਸ ਪਾਸੇ ਦੇ ਦੇ ਮੇਰਾ ਮਨ ਨਹੀਂ ਇੱਧਰ ਜਾਣ ਨੂੰ ਮੰਨਦਾ, ਪਾਪਾਂ ਤੋਂ ਮਹਿਫੂਜ਼ ਰਹਿ ਜਾਏਗਾ, ਬਚ ਜਾਏਗਾ। ਮਹਾਰਾਜ ਕਹਿੰਦੇ ਜਿਹਦਾ ਮਨ ਮੰਨ ਗਿਆ ਨਾ ਮਾਲਕ ਦੇ ਮਾਰਗ ਨੂੰ, ਮਾਲਕ ਦੇ ਮਾਰਗ ਤੇ ਟੁਰਨ ਵਾਸਤੇ, ਮਾਲਕ ਦੇ ਬਚਨਾਂ ਨੂੰ ਆਪਣੇ ਵਿੱਚ ਵਸਾਉਣ ਵਾਸਤੇ, ਲੀਨਤਾ ਹਾਸਲ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਉਹਦੇ ਕੀਤੇ ਹੋਏ ਜਿੰਨੇ ਪਾਪ ਨੇ ਉਹ ਸਾਰਿਆਂ ਨੂੰ ਨਾਸ਼ ਕਰ ਦੇਵੇਗਾ। ਜਦੋਂ ਮਨ ਮਾਲਕ ਦੇ ਉੱਪਰ ਭਰੋਸਾ ਕਰਕੇ ਮਾਲਕ ਵੱਲ ਨੂੰ ਤੁਰਨਾ ਮੰਨ ਗਿਆ, ਮਾਲਕ ਦੇ ਬਚਨਾਂ ਨੂੰ ਜਪਣਾ ਮੰਨ ਗਿਆ, ਮਨ ਮਾਲਕ ਵੱਲ ਨੂੰ ਤੁਰ ਕੇ ਉਹਦਾ ਰੂਪ ਹੋਣਾ ਮੰਨ ਗਿਆ, ਮਹਾਰਾਜ ਸੱਚੇ ਪਾਤਸ਼ਾਹ ਵੀ ਮਿਹਰ ਕਰਦੇ ਨੇ। ਔਰ ਸੰਸਾਰ ਦੇ ਅੰਦਰ ਆ ਕਰਕੇ ਜਦੋਂ ਜੀਵ ਮਨ ਕਰਕੇ ਮਾਲਕ ਦੇ ਗੁਣਾਂ ਨੂੰ ਗਾਉਂਦਾ ਹੈ ਤੇ ਫਿਰ ਸਭ ਕਹਿੰਦੇ ਆ ਮਨ ਮੰਨੇ ਤੋ ਪਾਪ ਕੁਸੰਮਲ ਭੰਨੇ। ਜਦੋਂ ਮਨ ਮੰਨ ਗਿਆ ਤੇ ਮਨ ਨੇ ਜਪਿਆ, ਮਨ ਕਰਕੇ ਪਾਪ ਜਿਹੜੇ ਕੀਤੇ ਐ ਨਾ, ਪਾਪ ਮਨ ਕਰਕੇ ਹੁੰਦੇ ਨੇ, ਅਪਰਾਧ ਤਨ ਕਰਕੇ ਹੁੰਦੇ ਨੇ। ਅਪਰਾਧਾਂ ਦੀ ਦੰਡ ਧਾਰਾ ਸੰਸਾਰ ਵਿੱਚ ਹੈ, ਪਾਪਾਂ ਦੀ ਕੋਈ ਨਹੀਂ। ਪਾਪ ਮਨ ਕਰਦਾ ਹੈ, ਅਪਰਾਧ ਤਨ ਕਰਦਾ ਹੈ। ਜੋ ਮਨ ਨੇ ਚਿਤਵਿਆ ਨਾ ਮਾੜਾ, ਮੈਂ ਕਿਸੇ ਨੂੰ ਮਾਰ ਦੇਵਾਂ, ਉਹਦਾ ਕੋਈ ਚੁਰਾ ਲਵਾਂ, ਔਰ ਮਹਾਰਾਜ ਸਾਹਿਬ ਕਹਿੰਦੇ ਜੋ ਕੁਝ ਮਾੜਾ ਚਿਤਵਿਆ ਹੈ ਪਾਪ ਹੈ, ਤੇ ਪੁੰਨ ਇਹਨੇ ਕਿਸੇ ਲਈ ਚੰਗਾ ਚਿਤਵਣਾ, ਚੰਗਾ ਸੋਚਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਪਾਪਾਂ ਤੋਂ ਔਰ ਇਹ ਜਿਹੜਾ ਸੁਤੰਤਰ ਪਾਪ ਕਰ ਸਕਦਾ ਹੈ ਜਦੋਂ ਮਨ ਦੇ ਚਿਤਵੇ ਹੋਏ ਨੂੰ ਬਾਹਰੀ ਰੂਪ ਪੂਰਨ ਤੌਰ ਤੇ ਦੇ ਦਿੱਤਾ। ਚਿਤਵਦਾ ਸੀ ਬੜੇ ਲੰਬੇ ਸਮੇਂ ਤੋਂ ਪਾਪ, ਮੈਂ ਇਹਦਾ ਘਾਤ ਕਰ ਦੇਵਾਂ, ਇਹਦਾ ਨਾਸ਼ ਕਰ ਦੇਵਾਂ, ਅੱਜ ਕਰ ਦਿੱਤਾ, ਅੱਜ ਅਪਰਾਧੀ ਹੋ ਗਿਆ, ਅੱਜ ਅਪਰਾਧੀ ਹੋ ਗਿਆ। ਸੰਸਾਰ ਦੀ ਦੰਡ ਧਾਰਾ ਨੇ ਕੈਦਖਾਨੇ ਵਿੱਚ ਡੱਕ ਦਿੱਤਾ ਹੈ, ਹਵਾਲਾਤ ਵਿੱਚ ਡੱਕ ਦਿੱਤਾ ਹੈ, ਜੇਲ੍ਹ ਦੇ ਅੰਦਰ ਬੈਠਾ ਅਪਰਾਧੀ ਹੋ ਗਿਆ। ਮਹਾਰਾਜ ਸਾਹਿਬ ਕਹਿੰਦੇ ਜਦੋਂ ਇਹਨੇ ਜਪਿਆ ਨਾ, ਮੈਂ ਸੰਖੇਪ ਚ ਅਰਜ਼ ਕਰਾਂ, ਜਪਦਿਆਂ ਹੋਇਆਂ ਜਿੰਨੇ ਪ੍ਰਕਾਰ ਦੇ ਅੰਦਰ ਪਾਪ ਚਿਤਵੀ ਬੈਠਾ ਸੀ ਨਾ, ਉਸ ਚਿੰਤਨ ਨੇ, ਉਸ ਸਿਮਰਨ ਨੇ ਅੰਦਰੋਂ ਪਾਪ ਜਿਹੜੇ ਨੇ ਨਾਸ਼ ਕਰ ਦਿੱਤੇ, ਖਤਮ ਹੋ ਗਏ ਪਾਪ। ਕਿਉਂਕਿ ਹੁਣ ਮਨ ਗੁਰੂ ਦੀ ਗੱਲ ਸੁਣਦਾ ਹੈ, ਮਨ ਜਪਦਾ ਹੈ, ਸੁਣਦਾ ਹੈ, ਜਪਦਾ ਹੈ,
ਤੇ ਜਦੋਂ ਸੁਣਦਾ ਜਪਦਾ ਫਿਰ ਦੁੱਖ ਤੇ ਪਾਪ ਨਾਸ਼ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਨਾਨਕ ਭਗਤਾ ਸਦਾ ਵੇਗਾਸ, ਸੁਣਿਐ ਦੁਖ ਪਾਪ ਕਾ ਨਾਸ। ਭਗਤਾਂ ਦੇ ਮਨ ਵਿੱਚ ਸਦਾ ਖੁਸ਼ੀ ਹੈ, ਸਦਾ ਖੇੜਾ ਹੈ, ਸਦਾ ਖੜਾਵਟ ਬਣੀ ਰਹਿੰਦੀ। ਕਿਉਂ? ਅੰਦਰ ਜਾਪ ਚੱਲਦਾ ਹੈ, ਪਾਪ ਨਾਸ਼ ਹੁੰਦੇ ਨੇ। ਮਹਾਰਾਜ ਕਹਿੰਦੇ ਨਾ ਦੁੱਖ ਹੈ ਨਾ ਅੰਦਰ ਮਨ ਦੇ ਗਮਗੀਨਤਾ ਹੈ। ਭਾਵੇਂ ਦੁੱਖ ਆਵੇ ਭਾਵੇਂ ਸੁਖ ਆਵੇ, ਉਹਦੇ ਭਾਣੇ ਦੇ ਅੰਦਰ ਰਹਿੰਦੇ ਨੇ। ਮਨ ਮੰਨੇ ਤੋ ਪਾਪ ਕੋ ਸੰਮਲ ਭੰਨੇ, ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਇਹ ਚਾਲ ਨਿਰਾਲੀ ਗੁਰਮੁਖੀ। ਜਦੋਂ ਮਨ ਮੰਨ ਗਿਆ ਨਾ, ਉਦੋਂ ਗੁਰਮੁਖਾਂ ਵਾਲੀ ਚਾਲ ਚੱਲਦਾ ਹੈ, ਗੁਰਮੁਖਾਂ ਵਾਲੇ ਕੰਮ ਕਰਦਾ ਹੈ, ਗੁਰਮੁਖਾਂ ਵਾਲੇ ਬੋਲ ਬੋਲਦਾ ਹੈ, ਗੁਰਮੁਖਾਂ ਦੀ ਬੈਠਣੀ ਬੈਠਦਾ ਹੈ, ਗੁਰਮੁਖਾਂ ਦੇ ਨਾਲ ਤੁਰਨਾ ਪਸੰਦ ਕਰਦਾ ਹੈ, ਗੁਰਮੁਖਾਂ ਦੀ ਹਮਾਇਤ ਕਰਦਾ ਹੈ, ਲੈਣ ਦੇਣ ਗੁਰਮੁਖਾਂ ਦੇ ਨਾਲ ਕਰਦਾ ਹੈ, ਮਨਮੁਖਾਂ ਨਾਲ ਨਾਤਾ ਤੋੜ ਲੈਂਦਾ ਹੈ। ਮਹਾਰਾਜ ਕਹਿੰਦੇ ਉਹਦਾ ਚੱਲਣਾ ਵੱਖਰਾ, ਸੰਸਾਰੀਆਂ ਵਾਲਾ ਮਨਮੁਖਾਂ ਵਾਲਾ ਨਹੀਂ। ਮਹਾਰਾਜ ਕਹਿੰਦੇ ਗੁਰ ਭਗਤਾਂ ਕੀ ਚਾਲ ਨਿਰਾਲੀ। ਗੁਰੂ ਅਮਰਦਾਸ ਸਾਹਿਬ, ਉਹਨਾਂ ਦੀ ਚਾਲ ਚੱਲਣ ਉਹਨਾਂ ਦਾ ਵੱਖਰਾ ਹੈ, ਭਗਤਾਂ ਦਾ, ਸੰਸਾਰੀਆਂ ਵਾਲਾ ਨਹੀਂ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ। ਬਿਖਮ ਮਾਰਗ ਚੱਲਣਾ, ਬਿਖਮ ਬੜਾ ਕਠਨ ਮਾਰਗ ਜਿਹੜਾ ਕਿਹੜਾ ਆ, ਜਿਹੜਾ ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜਿਉ ਪੀੜੀ। ਉਧਰ ਨੂੰ ਚਲੇ ਜਾਂਦੇ ਪਾਪੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਆ ਸਿੱਖੀ ਖੰਨਿਓ ਤਿੱਖੀ, ਖੰਡਿਓ ਤਿੱਖੀ ਏਤ ਮਾਰਗ ਜਾਣਾ। ਉਸ ਸਿੱਖੀ ਨੂੰ, ਸਿੱਖਿਆ ਨੂੰ ਸਿੱਖ ਬਣ ਕੇ, ਸ਼ਿਸ਼ ਬਣ ਕੇ ਕਮਾਉਂਦਾ ਹੈ, ਉਹਦੇ ਤੇ ਚੱਲਦਾ, ਖੰਡੇ ਦੀ ਧਾਰ ਤੇ ਤੁਰਦਾ। ਇਹਦੀ ਚਾਲ ਸੰਸਾਰੀਆਂ ਨਾਲੋਂ ਨਿਰਾਲੀ ਵੱਖਰੀ ਹੈ, ਜਿਹਨੂੰ ਮਹਾਰਾਜ ਨੇ ਐਉਂ ਵੀ ਕਿਹਾ ਭਗਤਾਂ ਤੈ ਸੈ ਸਾਰੀਆਂ, ਜੋੜ ਕਦੇ ਨਾ ਆਇਆ ਭਗਤਾਂ ਦਾ। ਤੇ ਸੰਸਾਰੀ ਜੀਵਾਂ ਦਾ ਮੁਲੰਕਣ ਨਹੀਂ ਹੁੰਦਾ। ਸੰਸਾਰੀ ਨੇ ਆਪਣੇ ਪਰਿਵਾਰ ਤੱਕ ਸੀਮਤ ਰਹਿਣਾ ਹੈ, ਓਨੀ ਕੁ ਛਲਾਂਗ ਮਾਰਨੀ, ਓਨੀ ਕੁ ਵਿਚਾਰ ਦੇਣੀ ਹੈ, ਦੂਜਾ ਭਾਵੇਂ ਮਰ ਜਾਏ। ਭਗਤ ਨੇ ਨਿਰੰਕਾਰ ਦੇ ਪਿਆਰੇ ਨੇ ਜੋ ਕੰਮ ਕਰਨਾ ਸਰਬ ਰਾਸ਼ਟਰ ਲਈ ਕਰਨਾ ਹੈ, ਇਕੱਲੇ ਲਈ ਨਹੀਂ, ਨਾ ਆਪਣਿਆਂ ਲਈ ਨਾ ਆਪਣਿਆਂ ਦੇ ਲਈ, ਔਰ ਜੋ ਕਰਨਾ ਹੈ ਸਾਰਿਆਂ ਦੇ ਲਈ ਕਰਨਾ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਇਕੱਠਾਪਨ ਨਹੀਂ, ਉਹਨਾਂ ਦੀ ਚਾਲ ਨਿਰਾਲੀ। ਗੁਰ ਦੀਖਿਆ ਸੁਣ, ਗੁਰੂ ਦੀ ਸਿੱਖਿਆ ਨੂੰ ਸੁਣਿਆ ਔਰ ਗੁਰ ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸੁਮਿਓ ਤਿਨ ਕੋ ਕਿਆ ਉਪਦੇਸੀਐ। ਜਿਨ ਗੁਰ ਨਾਨਕ ਦਿਓ ਗੁਰ ਦੀਖਿਆ ਸੁਣ। ਮਨ ਭਿੰਨੇ ਗੁਰੂ ਦੀ ਸਿੱਖਿਆ ਸੁਣ ਕੇ, ਜਿਨ੍ਹਾਂ ਦਾ ਮਨ ਭਿੱਜ ਗਿਆ, ਮਨ ਭਿੱਜ ਗਿਆ ਹੈ, ਉਹ ਮਾਲਕ ਦਾ ਰੂਪ ਹੋ ਗਿਆ, ਉਹ ਖੜਾਵਟ ਵਿੱਚ ਆ ਗਿਆ ਔਰ ਉਹਦੇ ਅੰਦਰ ਵਿਗਾਸ ਖੇੜਾ ਆਇਆ। ਉਹ ਪ੍ਰਭੂ ਦੇ ਗੁਣ ਗਾਉਣ ਲੱਗ ਪਿਆ ਜਾਗ੍ਰਿਤੀ ਵਿੱਚ ਆ ਕੇ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ ਭਿੱਜਿਆ ਨਹੀਂ, ਜਿਨ੍ਹਾਂ ਦਾ ਮਨ ਗੁਰੂ ਤੇ ਭਤੀਜਿਆ ਨਹੀਂ। ਸੰਸਾਰ ਦੇ ਬਹੁਤਾਤ ਅੰਦਰ ਲੋਕ ਕਹਿੰਦੇ ਮੇਰਾ ਮਨ ਨਹੀਂ ਮੰਨਦਾ ਗੁਰਦੁਆਰੇ ਜਾਣ ਨੂੰ, ਮੇਰਾ ਮਨ ਨਹੀਂ ਕਰਦਾ ਮੈਂ ਧਾਰਮਿਕ ਦੀਵਾਨਾਂ ਵਿੱਚ ਜਾਵਾਂ, ਮੇਰਾ ਮਨ ਨਹੀਂ ਕਰਦਾ ਮੈਂ ਗੁਰੂ ਕੋਲ ਜਾਵਾਂ। ਤੇ ਭਲਾ ਕਿੱਥੋਂ ਚਾਹਣਾ? ਕੋਈ ਬੰਦੇ ਨੂੰ ਰੋਗ ਲੱਗ ਜਾਏ, ਤਨ ਤੇ ਫੱਟ ਲੱਗ ਜਾਏ, ਅੰਦਰੂਨੀ ਬਹਿਰੂਨੀ ਰੋਗ ਲੱਗ ਜਾਏ ਤੇ ਰੌਲਾ ਪਾਈ ਜਾਵੇ ਉਹ ਦਵਾਈ ਰੱਬ ਦੀ, ਮੇਰਾ ਮਨ ਨਹੀਂ ਕਰਦਾ ਵੈਦ ਕੋਲ ਜਾਣ ਨੂੰ, ਹਕੀਮ ਕੋਲ ਜਾਣ ਨੂੰ, ਡਾਕਟਰ ਕੋਲ ਜਾਣ ਨੂੰ। ਤੇ ਫਿਰ ਇੱਕੋ ਗੱਲ ਕਹਿਣੀ ਪਏਗੀ ਨਾ, ਫਿਰ ਰੌਲਾ ਕਿਉਂ ਪਾਉਣਾ ਹੈ? ਫਿਰ ਜੋ ਹੁੰਦਾ ਹੋਣ ਦੇ, ਫਿਰ ਪਤਾ ਹੀ ਆ ਕੀ ਹੋਣਾ। ਇੱਕ ਪਾਸੇ ਦਵਾਈਆਂ ਪਿੱਟਦਾ ਪਿਆ ਮੈਨੂੰ ਬਚਾਓ, ਸੰਸਾਰ ਦੇ ਰੋਗ ਲੋਕ ਜਿਹੜੇ ਇੱਕ ਪਾਸੇ ਦਵਾਈਆਂ ਪਾਉਂਦੇ ਆ, ਬੜੇ ਦੁਖੀਆਂ ਹੋਏ, ਬਚਾਓ ਹੋਏ, ਬਚਾਓ ਹੋਏ, ਮਾਰੇ ਗਏ ਹੋਏ, ਲੁੱਟੇ ਗਏ, ਤਬਾਹ ਹੋ ਗਏ। ਪਰ ਜਿਹੜਾ ਵੈਦ ਹੈ ਨਾ, ਵੈਦ ਡਾਕਟਰ ਹਕੀਮ, ਜਿਹਨੇ ਬਿਨਾਂ ਦੱਸਿਆਂ ਜਾਣ ਲੈਣਾ ਰੋਗ, ਜਿਹਨੇ ਰੋਗ ਦੂਰ ਕਰਨੇ, ਸੋਗ ਦੂਰ ਕਰਨੇ ਆ,
ਉਹਦੇ ਕੋਲ ਆਉਣ ਵਾਸਤੇ ਤਿਆਰ ਨਹੀਂ। ਉਹਦੇ ਕੋਲ ਸਾਡੇ ਕੋਲ ਉਹਦੇ ਲਈ ਮੱਥਾ ਟੇਕਣ ਲਈ, ਉਹਨੂੰ ਨਮਸਕਾਰ ਕਰਨ ਲਈ, ਉਹਨੂੰ ਸਤਿ ਸ੍ਰੀ ਅਕਾਲ ਕਰਨ ਲਈ, ਉਹਨੂੰ ਫਤਿਹ ਬੁਲਾਉਣ ਲਈ ਸਾਡੇ ਕੋਲ ਟਾਈਮ ਨਹੀਂ। ਉਹਦੇ ਨਾਲ 2 ਮਿੰਟ ਬੈਠ ਕੇ ਗੱਲਾਂ ਕਰਨ ਲਈ ਔਰ ਸਾਡੇ ਕੋਲ ਟਾਈਮ ਨਹੀਂ, ਤੇ ਸੁੱਖ ਕਿੱਥੋਂ ਭਾਲਦੇ ਆਂ ਬਈ। ਮਹਾਰਾਜ ਕਹਿੰਦੇ ਉਹਦੇ ਕੋਲ ਆ ਕਿਹੜਾ ਵੈਦ ਏ, ਮੇਰਾ ਵੈਦ ਗੁਰੂ ਗੋਬਿੰਦਾ। ਔਰ ਗੁਰ ਗੋਬਿੰਦ ਉਹ ਗੁਰੂ ਗੋਬਿੰਦਾ ਜਿਹਨੇ ਅੰਦਰ ਦਾ ਬਾਹਰ ਦਾ ਸੁੱਖ ਦੇਣਾ ਹੀ, ਜਿਹਦੇ ਗੁਣ ਨਾ ਗਾਏ ਤੇ ਬਰਬਾਦ ਹੋ ਗਿਆ, ਜਿਨ੍ਹਾਂ ਨੇ ਗਾਏ ਉਹ ਆਬਾਦ ਹੋ ਗਿਆ। ਮਹਾਰਾਜ ਕਹਿੰਦੇ ਉਹ ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ। ਔਸ਼ਧੀ ਮੈਣਾ ਹੁੰਦਾ ਹੈ ਦਵਾਈ ਦਾਰੂ, ਜਿਹਨੂੰ ਮਹਾਰਾਜ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸੱਚ ਪੱਲੇ ਨਹੀਂ ਤੇ ਅੰਤਸ਼ਕਰਨ ਮੈਲਾ ਹੋ ਗਿਆ, ਮਨ ਮੈਲਾ ਹੋ ਗਿਆ। ਸੱਚ ਤੋਂ ਬਗੈਰ ਇਹ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ, ਇਹ ਰੋਗੀ ਹੋ ਗਿਆ। ਤੇ ਮਹਾਰਾਜ ਸਾਹਿਬ ਕਹਿੰਦੇ ਹੁਣ ਰੋਗ ਤੇ ਦੁੱਖ ਬਾਹਰ ਦੇ, ਤੇ ਰੋਗ ਤਨ ਨੂੰ ਲੱਗੇ, ਮਨ ਦੁਖੀ ਹੋਣ ਲੱਗਾ ਤਨ ਕਰਕੇ। ਹੁਣ ਇਹ ਦੋਨੇ ਚੀਜ਼ਾਂ ਮਟਾਉਣੀਆਂ ਚਾਹੁੰਦੇ ਆ, ਪਰ ਨਾ ਦਵਾਈ ਖਾਣੀ ਚਾਹੁੰਦੇ ਆ, ਨਾ ਵੈਦ ਕੋਲ ਆਉਣਾ ਚਾਹੁੰਦੇ ਆ। ਦੱਸੋ ਵੈਦ ਕੋਲ ਆਵਾਂਗੇ ਉਹ ਰੋਗ ਪਹਿਚਾਨੇਗਾ, ਫਿਰ ਦਾਰੂ ਦੇਵੇਗਾ ਤੇ ਮਨੁੱਖ ਰਿਸ਼ਟ ਪੁਸ਼ਟ ਹੋ ਜਾਏਗਾ। ਹੁਣ ਇਹ ਦੋਵੇਂ ਕੰਮ ਹੀ ਮਨੁੱਖ ਨਹੀਂ ਕਰਦਾ। ਮਹਾਰਾਜ ਸਾਹਿਬ ਕਹਿੰਦੇ ਗੁਰੂ ਵੈਦ ਕੋਲ ਆ। ਮੈਂ ਗੱਲ ਛੋਟੇ ਰੂਪ 'ਚ ਸੰਖੇਪ 'ਚ ਕਰਕੇ ਮੁਕਾਵਾਂ, ਅੱਗੇ ਨੂੰ ਵਿਚਾਰ ਲੈ ਕੇ ਤੁਰਾਂ। ਮਹਾਰਾਜ ਸਾਹਿਬ ਮਿਹਰ ਕਰਦੇ ਨੇ, ਇੱਥੇ ਆ ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਦੇ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਇਹ ਤਾਂ ਜਮਾਂ ਦੀ ਫਾਹੀ ਵੀ ਕੱਟ ਦਿੰਦਾ ਹੈ। ਇਹੋ ਜੀ ਦਵਾਈ ਦਿੰਦਾ, ਬਾਹਰ ਦੇ ਰੋਗ, ਬਾਹਰ ਦੇ ਵੈਰੀ ਸਭ ਸ਼ਾਂਤ ਹੋ ਜਾਂਦੇ, ਮਿੱਤਰਾਂ ਦੀ ਤੁਰਾਂ ਬਣ ਜਾਂਦੇ, ਸਜਣਾ ਅੰਦਰ ਦੇ ਰੋਗ ਸੋਗ ਚਲੇ ਜਾਂਦੇ। ਇਹ ਸਭ ਕੁਝ ਤਾਂ ਹੋਣਾ ਗੁਰੂ ਦਵਾਈ ਕੀ ਦਿੰਦਾ ਹੈ, ਬਾਣੀ। ਗੁਰੂ ਬਾਣੀ, ਇਹਨੂੰ ਜਪ, ਬਾਣੀ ਹੀ ਸਿਮਰਨ ਹੈ, ਬਾਣੀ ਹੀ ਸਭ ਕੁਝ ਹੈ। ਜਿਹੜਾ ਵਾਹਿਗੁਰੂ ਮੰਤਰ ਦਾ ਸਾਨੂੰ ਪੰਜ ਪਿਆਰੇ ਸਾਹਿਬ ਜਾਪ ਕਹਿੰਦੇ ਕੀ ਆ, ਗੁਰਬਾਣੀ। ਇਹਨੂੰ ਗੁਰੂ ਗੱਦੀ ਪ੍ਰਾਪਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਹੈ। ਤੇ ਜਿਹੜਾ ਮੂਲ ਮੰਤਰ ਜਪਨ ਨੂੰ ਕਿਹਾ ਜਾਂਦਾ ਉਹ ਕੀ ਹੈ, ਉਹ ਕਿੱਥੇ ਆ, ਉਹ ਗੁਰੂ ਰੂਪ ਹੈ, ਬਾਣੀ ਆ। ਔਰ ਜਿਹੜੇ ਗੁਰਬਾਣੀ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ ਹੈ, ਸਜਣਾ ਕੋਈ ਹਿਰਦੇ ਅੰਦਰ ਵਸਾ ਲਵੇਂ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬੌੜ ਜਨਮ ਨਾ ਆਵਾ। ਇੱਕ ਵੀ ਹਿਰਦੇ 'ਚ ਵਸ ਜਾਵੇ, ਉਹਨੂੰ ਸਾਹਿਬ ਕਹਿੰਦੇ ਗੁਰੂ ਕੋਲ ਆ। ਔਸ਼ਧੀ ਉਹ ਇਹ ਦੇਵੇਗਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਬਾਣੀ ਦੀ। ਜਦੋਂ ਉਹਨੂੰ ਜਪੇਗਾ ਫਿਰ ਮਹਾਰਾਜ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ। ਦੁੱਖ ਵੀ ਤੇ ਰੋਗ ਵੀ, ਮਨ ਦੀ ਗਮਗੀਨਤਾ ਵੀ, ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਨਾ ਸੁਣੀ ਨਾ ਗਾਈ ਤੇ ਕਿਹਦੇ ਨਾਲ ਕਿਵੇਂ ਸੁੱਖ ਭਾਲਦੇ ਆ। ਮਹਾਰਾਜ ਕਹਿੰਦੇ ਇਹਨੂੰ ਗਾ, ਇਹਨੂੰ ਸੁਣ ਤੇ ਗਾ ਵੀ ਮਨ ਕਰਕੇ। ਮੇਰੀ ਤਰ੍ਹਾਂ ਇੱਥੇ ਬੈਠਾ ਦੂਜਿਆਂ ਨੂੰ ਨਾ ਸੁਣਾ, ਮਨ ਕਰਕੇ ਹੋਵੇ ਤੇ ਸੁਣੇ ਵੀ ਮਨ। ਜਿੱਦਣ ਮਨ ਨੇ ਸੁਣ ਲਿਆ ਇਹ ਰਿਸ਼ਟ ਪੁਸ਼ਟ ਹੋ ਜਾਵੇਗਾ, ਇਹਨੂੰ ਆਸਰਾ ਮਿਲ ਜਾਵੇਗਾ ਬਈ ਇਧਰੋਂ ਇਹਦੇ ਨਾਲ ਜੁੜਿਆ ਆ ਜਿਹੜੇ ਵੈਰੀ ਦਲ ਇਹਨਾਂ ਨੇ ਭੱਜ ਜਾਣਾ। ਮਹਾਰਾਜ ਸਾਹਿਬ ਕਹਿੰਦੇ ਉਹ ਮਨ ਮਾਲਕ ਨਾਲ ਨਹੀਂ ਜੁੜਿਆ, ਪਰਮਾਤਮਾ ਨਾਲ ਨਹੀਂ ਜੁੜਿਆ। ਜੁੜ ਕਿੱਧਰ ਗਿਆ, ਮਨ ਮਾਇਆ ਮੈਂ ਰਮ ਰਹਿਓ। ਮਨ ਜਿਹੜਾ ਸੀ ਨਾ, ਇਹਨੇ ਬਹੁਤੇ ਹਾਵ ਭਾਵ ਸੰਸਾਰ ਦੇ ਦੇਖੇ, ਇਹਨੇ ਜਿਹੜੀਆਂ ਚਮਕ ਦਮਕ ਸੰਸਾਰ ਦੀ ਨੂੰ ਦੇਖਿਆ ਤੇ ਪਰਮਾਤਮਾ ਨੂੰ ਭੁੱਲ ਗਿਆ, ਨਿਰੰਕਾਰ ਨੂੰ ਭੁੱਲ ਗਿਆ। ਜੋ ਕੁਝ ਦਿਸਦਾ ਸੀ ਔਰ ਉਹਨੂੰ ਇਹਨੇ ਮੰਨ ਲਿਆ। ਇਹ ਕਿਉਂ ਨਹੀਂ ਮੰਨਦਾ, ਇਹਨੂੰ ਦਿਖਾਈ ਕੁਝ ਨਹੀਂ ਦਿੰਦਾ। ਔਰ ਰੱਬ ਦੇ ਪਿਆਰੇ ਕਹਿੰਦੇ ਬਈ ਇਹਨੂੰ ਮੰਨ, ਜਪ। ਔਰ ਕਿਉਂਕਿ ਅਜੇ ਸਾਇੰਸ ਨੇ ਇਸ ਗੱਲ ਨੂੰ ਨਹੀਂ ਮੰਨਿਆ,
ਮਨੁੱਖ ਸਾਇੰਸ ਨੂੰ ਗੁਰੂ ਸਮਝੀ ਬੈਠਾ, ਹੱਦ ਹੋ ਗਈ ਹੈ। ਉਹ ਆਪਣੀ ਜਗ੍ਹਾ ਤੱਕ ਪਹਿਮਾਨਾ ਠੀਕ ਹੈ, ਪਰ ਉਹ ਗੁਰੂ ਤੇ ਨਹੀਂ ਨਾ। ਸਾਇੰਸਦਾਨ ਕਹਿੰਦਾ ਹੈ ਬਈ ਔਰ ਪਹਿਲਾਂ ਦੇਖ ਤੇ ਫਿਰ ਭਰੋਸਾ ਕਰ, ਤੇ ਗੁਰੂ ਕਹਿੰਦਾ ਪਹਿਲਾਂ ਭਰੋਸਾ ਕਰ, ਦਰਸ਼ਨ ਬਾਅਦ ਚ ਹੋਣਗੇ। ਹੁਣ ਦੋਨਾਂ ਦਾ ਜ਼ਮੀਨ ਆਸਮਾਨ ਦਾ ਫਰਕ ਹੋ ਗਿਆ ਨਾ। ਉਹ ਕਹਿੰਦਾ ਪਹਿਲਾਂ ਦੇਖ ਫਿਰ ਭਰੋਸਾ ਕਰ। ਉਹ ਬੀਜ ਨੂੰ ਤੋੜੀ ਜਾਏਗਾ, ਤੋੜੀ ਜਾਏਗਾ, ਫਿਰ ਉਹਦੀ ਸ਼ਨਾਖਤ ਕਰਕੇ ਕਹੇਗਾ। ਇੱਥੋਂ ਤੱਕ ਕਾਮਯਾਬ ਹੋ ਗਿਆ ਸਾਇੰਸਦਾਨ ਕਿ ਪਿਆਰਿਓ ਇੱਕ ਬੀਜ ਨੂੰ ਤੋੜ ਫੋੜ ਕੇ ਉਹਦੇ ਵਿੱਚ ਇਹ ਦੱਸ ਦਿੰਦਾ ਹੈ ਬਈ ਇਹਦਾ ਬ੍ਰਿਸ਼ ਕਿਹੋ ਜਿਹਾ ਹੋਵੇਗਾ, ਇਹਦੇ ਪੱਤੇ ਕਿਹੋ ਜਿਹੇ ਹੋਣਗੇ, ਫਲ ਕਿਹੋ ਜਿਹੇ ਹੋਣਗੇ, ਫੁੱਲ ਕਿਹੋ ਜਿਹੇ ਹੋਣਗੇ। ਸੰਤ ਜੀਵਨ ਨੂੰ ਆਰਾਧ ਕੇ, ਸਿੱਖ ਜੀਵਨ ਨੂੰ ਕਮਾ ਕੇ ਇੱਥੋਂ ਤੱਕ ਪਹੁੰਚ ਗਿਆ। ਉਹ ਬੀਜ ਦੇ ਵਿੱਚੋਂ ਬ੍ਰਿਸ਼ ਨੂੰ ਦੇਖ ਲੈਂਦਾ ਹੈ, ਉਹ ਜੀਵ ਦੇ ਵਿੱਚੋਂ ਈਸ਼ਵਰ ਨੂੰ ਦੇਖ ਲੈਂਦਾ। ਰੱਬ ਦਾ ਪਿਆਰਾ ਗੁਰਸਿੱਖ ਮਹਾਰਾਜ ਕਹਿੰਦੇ ਔਰ ਸੰਸਾਰ ਵਿੱਚ ਆਇਆ ਹੈ, ਮਾਲਕ ਵੱਲ ਨੂੰ ਤੁਰ, ਤੇਰਾ ਮਨ ਮੰਨ ਜਾਵੇ। ਅਜੇ ਮਨ ਮੰਨਿਆ ਨਹੀਂ। ਮਹਾਰਾਜ ਕਹਿੰਦੇ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਹਦੇ ਮਨ ਵਿੱਚ ਪ੍ਰਗਟ ਹੋਏ ਆਉਂਦਾ, ਜਿਹਦੇ ਵਿਸ਼ਵਾਸ ਪਹਿਲਾਂ, ਭਰੋਸਾ ਪਹਿਲਾਂ ਹੈ, ਫਿਰ ਮਾਲਕ ਦੀ ਝਲਕ ਕੇ। ਪਰ ਹੁਣ ਭਰੋਸਾ ਆਵੇ ਕਿੱਥੋਂ? ਮਨ ਮਾਇਆ ਮੈਂ ਰਮ ਰਹਿਓ। ਮਨ ਜਿਹੜਾ ਇਹ ਮਾਇਆ ਦੇ ਵਿੱਚ ਰਮਿਆ ਹੋਇਆ, ਮਿਲਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਕਸਤ ਨਾਹਿ ਨਮੀਤ। ਹੇ ਮਿੱਤਰਾ, ਇਹ ਮਨ ਬਾਹਰ ਨਹੀਂ ਨਿਕਲਦਾ ਉਹਦੇ ਤੋਂ, ਉਧਰ ਨੂੰ ਭੱਜਦਾ ਕਿ ਆਹ ਦਿਸਦਾ ਹੈ, ਆਹ ਕੁਝ ਲੈ ਆਈਏ, ਆਹ ਕੁਝ ਕਰ ਲਈਏ। ਮੇਰੀ ਤਰ੍ਹਾਂ ਗੱਲਾਂ ਤਾਂ ਬੜੀਆਂ ਬੜੀਆਂ ਰੱਬ ਦੀਆਂ ਕਰ ਲਈਦੀਆਂ ਨੇ, ਪਰ ਰੱਬ ਤੇ ਭਰੋਸਾ ਕਰਨਾ ਬੜਾ ਔਖਾ ਹੈ। ਰੱਬ ਦੇ ਹੋ ਜਾਣਾ ਬੜਾ ਔਖਾ ਹੈ। ਜਰਾ ਕੁ ਮਾਇਆ ਜਿਹੜੀ ਹੈ ਨਾ, ਮਾਇਆ ਮਾਲਕ ਦੀ ਹੈ ਤਾਂ ਛਾਇਆ। ਹੁਣ ਮਨੁੱਖ ਛਾਂ ਵੱਲ ਨੂੰ ਤਾਂ ਭੱਜ ਭੱਜ ਕੇ ਜਾਂਦਾ, ਤੇ ਦਰਖਤ ਨੂੰ ਕੱਟ ਕੇ ਉਹਨੂੰ ਬਾਲਣਾ ਚਾਹੁੰਦਾ ਹੈ, ਉਹਨੂੰ ਪੱਟਣਾ ਚਾਹੁੰਦਾ ਹੈ। ਜੇ ਦਰਖਤ ਹੋਵੇਗਾ ਤੇ ਸੰਗਤ ਜੀ ਛਾਂ ਹੋਵੇਗੀ, ਮਾਲਕ ਆਵੇਗਾ ਤੇ ਛਾਇਆ ਹੋਵੇਗੀ। ਛਾਂ ਨੂੰ ਲੋੜਦਾ ਹੈ, ਪੌਦੇ ਨੂੰ ਨਹੀਂ ਲੋੜਦਾ, ਪਰਮਾਤਮਾ ਨੂੰ ਨਹੀਂ ਲੋੜਦਾ, ਪਦਾਰਥਾਂ ਨੂੰ ਲੋੜਦਾ ਚਾਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਇਹਦੇ ਅੰਦਰ ਰਮ ਰਹਿਓ, ਰਮਿਆ ਹੋਇਆ। ਔਰ ਨਿਕਸਤ ਨਾਹਿ ਨਮੀਤ, ਇਹਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦਾ। ਇਹ ਦਿਸਦੀ ਹੈ ਹਾ ਭਾਵ, ਜਿੱਧਰ ਨੂੰ ਇਹਨੇ ਝਲਕਾਰਾ ਪਾਇਆ ਮਨੁੱਖ ਉਧਰ ਨੂੰ ਖਿੱਚਿਆ ਜਾਂਦਾ। ਮਾਇਆ ਮਿਲਦੀ ਹੋਵੇ ਨਾ ਸੰਗਤ ਜੀ, ਦੌਲਤ, ਤੇ ਕਈ ਵਾਰ ਇੰਨਾ ਕੋ ਲਾਲਚ, ਵੈਸੇ ਤਾਂ ਬਹੁਤਾਤ ਅੰਦਰ ਹੈ, ਮੈਂ ਕਈ ਵਾਰ ਕਹਿ ਦਿੱਤਾ। ਕਈ ਵਾਰ ਤਾਂ ਸ਼ਬਦ ਜਿਹੜੇ ਧਰਮੀ ਵੀ, ਉਹਨਾਂ ਨੂੰ ਵੀ ਕਈ ਵਾਰ, ਔਰ ਉਹ ਵੀ ਨਹੀਂ ਪੁੱਛਦੇ ਚੰਗਾ ਮਾੜਾ ਕਿੰਨੀ ਕੁ ਮਿਲਦੀ ਆ। ਜਿੰਨੀ ਜ਼ਿਆਦਾ ਮਿਲਦੀ ਹੈ ਪੁੱਛਦੇ ਦੱਸਦੇ ਨਹੀਂ, ਬਸ ਹੋ ਗਿਆ ਕੰਮ ਤੂੰ ਸਮਝ। ਇਹ ਨਹੀਂ ਚਿਤਵਨਾ ਅੱਗੇ ਹੈ ਕੀ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਕਸਤ ਨਾਹਿ ਨਮੀਤ, ਉਹਦੇ ਵਿੱਚੋਂ ਬਾਹਰ ਹੀ ਨਹੀਂ ਨਿਕਲਣਾ ਚਾਹੁੰਦਾ ਮਿੱਤਰਾ, ਕਿ ਮੈਂ ਇਹਦੇ ਚੋਂ ਬਾਹਰ ਆਵਾਂ, ਇਹਦਾ ਤਿਆਗ ਕਰਾਂ, ਮਾਲਕ ਨਾਲ ਅਨੁਰਾਗ ਕਰਾਂ, ਪ੍ਰੇਮ ਕਰਾਂ ਪਰਮਾਤਮਾ ਨਾਲ, ਫਿਰ ਮੇਰਾ ਪਾਰ ਉਤਾਰਾ ਹੋਣਾ ਹੈ। ਮਾਇਆ ਦੇ ਪਦਾਰਥਾਂ ਦੇ ਨਾਲ ਐਉਂ ਚੰਬੜਿਆ ਹੋਇਆ ਹੈ, ਐਉਂ ਜੁੜਿਆ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨਾਨਕ ਮੂਰਤ ਚਿੱਤਰ ਜਿਉ ਛੱਡਤ ਨਾਹਿ ਨ ਭੀਤ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਐਉਂ ਚਿਪਕਿਆ ਹੋਇਆ ਇਹਦੇ ਨਾਲ, ਪਦਾਰਥਾਂ ਨਾਲ, ਸੰਸਾਰ ਨਾਲ। ਸੱਚੀ ਸਰਕਾਰ ਕਹਿੰਦੇ ਮੂਰਤ ਚਿੱਤਰ ਜਿਉ ਛੱਡਤ ਨਾਹਿ ਨ ਭੀਤ। ਭੀਤ ਮੈਂ ਨਾ ਕੰਧ ਹੁੰਦੀ ਆ, ਤੇ ਉਹਦੇ ਉੱਪਰ ਕੋਈ ਮੂਰਤ ਚਿੱਤਰ ਦੇਵੇ, ਉਹਦੇ ਤੇ ਮੂਰਤੀ ਬਣਾ ਦੇਵੇ, ਪੇਂਟਿੰਗ ਬਣਾ ਦੇਵੇ ਕੰਧ ਤੇ ਬਣਾ ਕੇ ਕੰਧ ਤੇ ਉਹਦੇ ਨੂੰ ਲਾਉਣੀ ਚਾਹੇ, ਕੰਧ ਦਾ ਸੀਮੈਂਟ ਤਾਂ ਪਟਿਆ ਜਾਵੇਗਾ, ਕੰਧ ਦੇ ਲਿਓ ਤਾਂ ਪਟੇ ਜਾਣਗੇ, ਮਿੱਟੀ ਤਾਂ ਲੈ ਦੇਗੀ, ਪਰ ਉਹਦੇ ਵਿੱਚ ਚਿਪਕ ਜਾਏਗੀ। ਇਹ ਨਹੀਂ ਵੀ ਉਹਦੇ ਨੂੰ ਜੁਦਾ ਕਰ ਲਵਾਂਗੇ। ਮਹਾਰਾਜ ਕਹਿੰਦੇ ਐਉਂ
उस चित्र दे नाल जिहड़ा दिसदा है ना, जिवें चित्र कंध नाल चिपकिया ते जीव मायकी पदार्थां नाल चिपकिया होया, जुड़िया होया। सच्ची सरकार ने तो बचन कीते सी, ओए चित्र नूं छड्ड, चित्र नहीं उह पासे होना, चिपक गया। और चित्रनहारा वखरा ही, जिन्ने नूं कंध ते आके चितरिया है ना, वो वखरा है चित्रण वाला चित्रकार, ਉਹਦੇ ਨਾਲ ਜੁੜ। ਮੇਰੇ ਸਾਹਿਬ ਨੇ ਬਚਨ ਕੀਤੇ ਸੀ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਚੱਚੇ ਅੱਖਰ ਦੇ ਦੁਆਰਾ ਮਹਾਰਾਜ ਨੇ ਕਿਰਪਾ ਕੀਤੀ ਸੀ। ਕਹਿੰਦੇ ਜਿਹੜਾ ਚਿੱਤਰ ਭਾਰੀ ਚਿੱਤਰ ਬਣਾਉਂਦਾ, ਭਾਰੀ ਵੱਡੇ, ਇੱਕ ਚਿੱਤਰਕਾਰ ਚਿੱਤਰਕਾਰੀ ਕਰੇ, ਮੂਰਤੀ ਬਣਾਵੇ, ਉਹ ਨਾ ਚਿੱਤਰਕਾਰੀ ਟੁਰ ਸਕੇ, ਨਾ ਉਹ ਬੋਲੇ ਜਿੰਨੀ ਮਰਜ਼ੀ ਉਹ ਸੀਰਤ ਸੁੰਦਰ ਬਣਾਈ ਹੋਵੇ ਤਸਵੀਰ, ਨਾ ਉਹ ਮੂਰਤੀ ਚੱਲ ਸਕੇ, ਨਾ ਬੋਲੇ ਨਾ ਖਾਵੇ। ਕਹਿੰਦੇ ਉਹ ਚਿੱਤਰ ਭਾਰੀ ਰਚਦਾ ਹੈ ਪਰਮਾਤਮਾ। ਉਹਦੇ ਰਚੇ ਹੋਏ ਆਪਾਂ ਸਾਰੇ ਚਿੱਤਰ ਹੀ ਆ ਨਾ, ਮੂਰਤੀਆਂ ਹੀ ਆ ਨਾ, ਖਾਣੇ ਵੀ ਹੈ, ਬੋਲਦੇ ਵੀ, ਭੱਜੇ ਵੀ ਫਿਰਦੇ ਆ, ਬੜੀਆਂ ਬੜੀਆਂ ਸੁੰਦਰ ਛਵੀਆਂ ਵੀ ਨੇ, ਤਸਵੀਰਾਂ ਵੀ ਨੇ। ਮਹਾਰਾਜ ਕਹਿੰਦੇ ਤਜ ਚਿੱਤਰ ਹੈ, ਇਹ ਚਿੱਤਰਕਾਰੀ ਨੂੰ ਨਾ ਵੇਖ, ਚਿੱਤਰਕਾਰੀ ਨਾਲ ਨਾ ਜੋੜ। ਅਸੀਂ ਤਸਵੀਰ ਬਣੀ ਦੇਖ ਲਈ ਆ, ਫੋਟੋਕਾਰ ਆ ਨਾ, ਥਾਂ ਥਾਂ ਤੇ ਸਟੂਡੀਓ, ਸਾਡੀ ਫੋਟੋ ਬਣਾ ਦੇਣ, ਅਸੀਂ ਕਹਿੰਦੇ ਵਾਹ ਵਾਹ ਕਮਾਲ। ਜਦ ਸਾਡੇ ਮੋਬਾਈਲ ਫੋਨ 'ਚ ਕਿਤੇ ਫੋਟੋ ਖਿੱਚ ਲਈਏ, ਵਾਹ ਵਾਹ ਕਮਾਲ, ਕਿੱਡੀ ਸੁੰਦਰ ਫੋਟੋ ਖਿੱਚੀ, ਕਿੰਨੀ ਅੱਛੀ ਫੋਟੋ ਆ। ਮਹਾਰਾਜ ਕਹਿੰਦੇ ਫੋਟੋ ਨੂੰ ਕਿਉਂ ਸਲਾਉਣਾ ਹੈ, ਜਿਹਦੀ ਫੋਟੋ ਜਿਹਨੇ ਬਣਾਈ ਹੈ ਉਹਨੂੰ ਸਲਾਹ। ਔਰ ਤੂੰ ਚਿੱਤਰ ਨਾਲ ਜੁੜ ਗਿਆ, ਚਿੱਤਰਕਾਰ ਨਾਲ ਜੁੜ, ਤਜ ਚਿੱਤਰੈ। ਔਰ ਚਿੱਤ ਰਾਖੋ ਚਿੱਤਕਾਰੀ। ਔਰ ਜਿਹੜਾ ਚਿੱਤਰਨਹਾਰਾ ਹੈ ਨਾ, ਚਿੱਤ ਆਪਣਾ ਉਹਦੇ ਨਾਲ ਲਾ। ਸੰਸਾਰ ਨਾਲ ਜੁੜ ਗਿਆ, ਸੰਸਾਰ ਦੇ ਮਾਲਕ ਨਾਲ ਜੁੜ। ਚਿੱਤਰ ਬਚਿੱਤਰ ਮੈਨਾ ਸੁੰਦਰ ਹੁੰਦਾ ਹੈ, ਚਿੱਤਰ ਜਿਹੜਾ ਬੜਾ ਸੁੰਦਰ ਹੈ। ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਇਹੀ ਝਮੇਲਾ ਹੈ। ਇਹਦਾ ਸੁਹਾਪਣ ਦੇਖ ਕੇ, ਇਹ ਸੰਸਾਰ ਦੀ ਚਮਕ ਦਮਕ ਦੇਖ ਕੇ ਇਹਦੇ ਵਿੱਚ ਉਲਝ ਗਿਆ। ਤਜ ਚਿੱਤਰੈ, ਚਿੱਤ ਰਾਖ ਚਤੇਰਾ। ਇਹਨਾਂ ਚਿੱਤਰਾਂ ਨੂੰ ਛੱਡ ਦੇ। ਮਹਾਰਾਜ ਕਹਿੰਦੇ ਚਿੱਤਰਨ ਵਾਲੇ ਨੂੰ ਚਿਤਵ, ਪਰਮਾਤਮਾ ਨੂੰ ਯਾਦ ਕਰ। ਉਹਨੂੰ ਯਾਦ ਕਰੇਗਾ ਤੇ ਪਾਰ ਉਤਾਰਾ ਹੋਣਾ ਹੀ। ਸਾਹਿਬ ਬਚਨ ਕਰਦੇ ਆ, ਤਰਨ ਤੇਜ ਪਰਤਰੈ ਮੁਖ ਜੋ ਹੈ, ਸਰ ਅਫਸਰ ਨਾ ਪਛਾਨਿਆ। ਔਰ ਸਰ ਅਫਸਰ ਨਾ ਪਛਾਨਿਆ। ਮਹਾਰਾਜ ਸਾਹਿਬ ਕਹਿੰਦੇ ਸੁਪਤਾ ਸੰਪਤ ਦੇਖ, ਇਹੋ ਮਨ ਗਰਬਿਆ। ਇਹਨੇ ਚੰਗਾ ਮਾੜਾ ਇਹਦਾ ਕੋਈ ਗਿਆਨ ਨਹੀਂ ਦੇਖਿਆ। ਔਰ ਪਰਤਰੈ ਜੋ ਹੈ, ਆਪਣੇ ਤੇਜ ਨੂੰ ਤਾਕਤ ਨੂੰ ਤੱਕ ਕੇ ਔਰ ਇੱਧਰ ਉੱਧਰ ਔਰ ਚੱਲਦਾ ਰਿਹਾ। ਮਹਾਰਾਜ ਸਾਹਿਬ ਕਹਿੰਦੇ ਆਪਣੇ ਪਰਿਵਾਰ ਨੂੰ ਤੱਕ ਕੇ ਇਹ ਮਨ ਬੜਾ ਹੰਕਾਰ ਕਰਦਾ ਰਿਹਾ, ਮੇਰੇ ਪਿੱਛੇ ਤਾਂ ਬਹੁਤ ਚੱਲਣ ਵਾਲੇ, ਬੜੇ ਬੜੇ ਵੱਡੇ ਬੰਦੇ ਕੰਮ ਕਰਦੇ ਨੇ। ਮਹਾਰਾਜ ਕਹਿੰਦੇ ਨਹੀਂ ਓਏ ਸੱਜਣਾ, ਇਹਨਾਂ ਨੇ ਤੈਨੂੰ ਕੰਧਾ ਦੇਣ ਵੀ ਨਹੀਂ ਆਣਾ। ਮਾਲਕ ਨੂੰ ਚਿਤਵ, ਸੁਤ ਸੰਪਤ ਦੇਖ ਇਹੋ ਮਨ ਗਰਬਿਆ। ਮਨ ਹੰਕਾਰੀ ਹੋ ਗਿਆ। ਮੇਰੇ ਪੁੱਤਰ ਧੀਆਂ ਬੜੇ ਨੇ ਔਰ ਸਰਕਾਰੇ ਦਰਬਾਰੇ ਬੜੀ ਚਲਦੀ ਏ। ਰਾਮ ਹਿਰਦੇ ਤੇ ਖੋਇਆ, ਹਿਰਦੇ ਵਿੱਚੋਂ ਰੱਬ ਨੂੰ ਭੁਲਾਤਾ। ਇਹਨਾਂ ਨੂੰ ਵਸਾ ਲਿਆ, ਇਹਨਾਂ ਦੀ ਯਾਦ ਨੂੰ, ਔਰ ਰੱਬ ਨੂੰ ਭੁਲਾ ਦਿੱਤਾ। ਮਹਾਰਾਜ ਸਾਹਿਬ ਕਹਿੰਦੇ ਆ, ਔਰ ਅਵਰ ਮਰਤ ਮਾਇਆ ਮਨ ਤੋਲੇ, ਤਉ ਭਗ ਮੁਖ ਜਨਮ ਬੈ ਗੋਇਆ। ਸਜਣਾ ਪੱਲੇ ਤੇਰੇ ਕੁਝ ਨਹੀਂ ਪੈਣਾ, ਪਰਮਾਤਮਾ ਨੂੰ ਜਪ। ਮਨ ਵਿੱਚ ਮਾਲਕ ਦਾ ਵਾਸਾ ਹੋਵੇ। ਸਭ ਸਤਿਗੁਰੂ ਮਹਾਰਾਜ ਮਿਹਰ ਕਰਦੇ ਨੇ। ਕਹਿਣ ਲੱਗੇ ਸਤਿਗੁਰ ਕਾ ਸੱਚ ਸ਼ਬਦ ਕਮਾਵੋ। ਸਤਿਗੁਰੂ ਦਾ ਔਰ ਜਿਹੜਾ ਹੈ ਨਾ ਸੱਚ ਸ਼ਬਦ ਕਮਾਵੋ, ਉਹਦਾ ਸ਼ਬਦ ਉਪਦੇਸ਼ ਜਿਹੜਾ ਉਹਨੂੰ ਕਮਾ, ਉਹਨੂੰ ਹਿਰਦੇ ਦੇ ਅੰਦਰ ਵਸਾ। ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ, ਥਿਰ ਟਿਕਾਓ ਵਿੱਚ ਬੈਠ ਕੇ, ਜਿਹਨੂੰ ਕਿਹਾ ਥਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੈ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਨ ਕੀ ਪੈਜ ਰਖੀ ਕਰਤਾਰੇ, ਉਹ ਕਿਰਪਾ ਕਰੇਗਾ, ਤੇਰੇ ਕਾਰਜ ਵੀ ਸਵਾਰੇਗਾ। ਪਰ ਥਿਰ ਕਰ ਬੈਠੇ ਪ੍ਰਭ ਆਪਣਾ ਗਾਵੋ। ਅੰਦਰੋਂ ਟਿਕ ਕੇ, ਬਾਹਰੀ ਘਰ ਅੰਦਰੂਨੀ ਹਿਰਦਾ ਘਰ, ਇਹਦੇ ਵਿੱਚ ਆਪਣੇ ਪ੍ਰਭੂ ਨੂੰ ਜਿਹੜਾ ਪਾਉਣਾ ਕਰ।
और पर का बुरा ना राखो चीत, किसी दा बुरा ना चितव, भला चितव, पर का बुरा ना राखो चीत, तुमको दुख नहीं भाई मीत। तेनू मित्रा भरावा कदे दुख नहीं होवेगा जे तेरे अंदरों पराई जैलनसी पराई ईरखा और मिट जावे। महाराज साहब कहंदे ओनू जप, जदों जपेगा तां ही सजना तू मालक नाल नहीं जुड़िया, तू ऐवों जुड़िया होया संसार नाल जिवें वो कंध दे नाल चित्र जुड़िया हुंदा है ना, उहदे तो जुदा नहीं कीता जा सकदा, उहदा तुम्बा तुम्बा हो जांदा है। ते तैनूं में कोई जुदा करन दा जतन करे संसार नालों तू तुम्बा तुम्बा हो जाना। महाराज सच्चे पातशाह मेहर करदे ने, संसार विच आया नानक मूरत चित्र जिउं छाड़त नाहि न भीत। वो कंध नूं नहीं छड़दा, इस संसार विच हा भा माया दे पदार्थां नूं नहीं त्यागदा। महाराज मेहर करदे ने, नर चाहत कछ और, नर मैंने मनुख, मनुख कुछ होर ही चाहुंदा, ये चाहुंदा है जिधर नूं मेरा मन उछाले दिंदा हो जावे, मेरा बोल चाल फलाने दे नाल नहीं उहदी लत्त टुट जाए। मैं कईयां नूं वेख्या कहणगे मैं अरदास करना उहदे फलाने दे बच्चे मर जाण, फलाने दा बेड़ा गर्क हो जाए। जे ऐ होवे ते इत्थे रह ही कोई ना। जे इहो जिहियां गल्लां परमात्मा सुने ना ते आपां पता नहीं रोज़ किन्ना कहने हो तेरा बेड़ा गर्क, वो फलाने दा रह कख ना, ते बस फिर तां इसे काम च ही रह जाइए। दूजा दूजे दा बेड़ा गर्क कर दे, दूजा दूजे दा कर दे। जदों परमात्मा चाहुंदा है ते उहनूं उभारदा है, जदों परमात्मा चाहुंदा है बई हुण इहदा कोई हल नहीं, फिर परमात्मा ही मारदा है। ना किसी बंदे दे आखे कोई मरदा जे, ना बंदे दे आखे कोई बचदा जे, सब कुछ परमात्मा दे हथ विच है। महाराज सच्चे पातशाह कहंदे ने, संसार विच आए निरंकार नूं जप, आराधना कर, नर चाहत कछ और। मनुख अपनी सियाणप नाल कहंदा मैं इतिहास बदल देंगा, मैं संसार बदल देंगा, मैं विचार बदल देंगा। महाराज साहब कहंदे नहीं हो सजना, और नर चाहत कछ औरे की औरे भई। जेड़ा होर करना चाहुंदा सी परमात्मा कुछ होर चाहुंदा, परमात्मा ने होर ही कर देंदा है। कई बार मनुख चंगा ही काम करता ना अपने परिवार लई घर लई, माड़ा थोड़ो करता है तो वह माड़ा हो जाता है। कई बार नफे दे लई काम करता, माया आदक लाउंदा है तो वह मुनाफा हो जाता, वह अपने वाले भी गवा पैंदा। हुण उहने गवाउण नूं थोड़ा लाई सी, उन्हें लाई तो नफे ली सी ना। महाराज कहंदे मनुख कुछ होर चाहुंदा है, परमात्मा जो चाहुंदा वो हुंदा है। सच्ची सरकार कहंदे सजना संसार अंदर आया है परमात्मा दे चित में आ होना है, जो परमात्मा चाहुंदा है। औरे की औरे भई होर दी होर ही हो गई। कहो नानक सो महाराज सच्चे पातशाह कहंदे मन नूं सुना और चितवत रहो ठगौर, नानक फासी गल परी। महाराज सच्चे पातशाह कहंदे सजना और चितवत रहो ठगौर। चितवदा की रहा है? महाराज कहंदे ठगौर, ठगियां। ठगी किदे ना मारा, किनू लपेट के कुछ होर का, ते जिन्हों कहते ना मुख में राम बगल में छुरी, वो तो बड़ा मिठा ते विचों उन्हें दातरी रखी वड्डा कट्टी जड़ा तुरया आउंदा। महाराज साहब कहंदे ऐसा नहीं, मालक नूं जप। सच्चे पातशाह कहंदे जित सेवै सुख पाइयै, सो साहिब सदा संभालीए। महाराज कहंदे जिन्हों सेवन दे नाल चितमन दे नाल सुख पाईदा है ना, उन्होंने संभाल, उन्होंने जप। जित कीता पाइए अपना, साकाल बुरी क्यों घालीए। महाराज कहंदे जे अपना कीता आप ही पाउना है, तो महाराज साहब कहंदे फिर बुरे काम क्यों करदा है? उहदा नतीजा तो तेनों आप नूं ही भुगतना पैना है ना, क्यों माड़ा करदा है? साहब कहंदे मंदा मूल ना कीचई, कदे मंदा मूल मुढ़ तो ही माड़ा ना कर। मंदा मूल ना कीचई, दे लम्मी नदर निहालीए। लम्मी नदर मार भी जे एदा भुगतान भुगतना पिया करेगा की। पहला तो मनुख जदों करदा है ना, उदों कहंदा कोई नहीं, कोई कौन वेखदा, किन्ने पुछना मैनू।
और क्यों मेरा की करेगा। तो जो आता फिर दुहाइयां पाउंदा है भी मैनू बचाओ, होए मैं मर गया, होए दुहाई रब दी। महाराज सच्चे पातशाह कहते मंदा मूल ना किचई दे लम्मी नदर निहाली है, जो साहब नाल नहारी है ता वेहा पासा ढाली है, किश लाहे उपर घाली है। महाराज कहते कुछ लाहा खट ये ना कम कर। सच्ची सरकार मेहर कर देने संसार विच आया निरंकार नू चितव, कहो नानक सुन रे मना। महाराज कहते मन नू सुना मन करके गा, नर चाहत कश और औरे की औरे भई, चितवत रहो ठगौर नानक फांसी गल परी। कहते जो ठगियां ठोरियां मारदा है ना, फिर इत्थे भी फाइयां गल विच पैंदियां ने, इत्थे भी बेपत्ती हुंदी है। महाराज कहते अगे भी जमां दी फाही गल विच पैंदी। उन्होंने महाराज कबीर साहब कहते कबीर जो मैं चितवो ना करे। कबीर साहब कहते जो मैं चितवदा है ना, ये मनुख नूं क्या कबीर साहब की ऐसी हालत नहीं सी। कहते जो बंदा चितवदा सोचदा है ना, वो रब नहीं करदा। कबीर जो मैं चितवो ना करे, क्या मेरे चितवे होए। फिर जदों ने वो करना ही नहीं, मेरे सोचण नाल मेरे चितवन नाल उहदा बुरा होण नहीं लगा, फिर क्यों अपना समा वेस्ट करना, क्यों समा बर्बाद करना है। अपना चितविया हर करे। हरि परमात्मा जो चाहुंदा है, जो ने अंदर वियोंत बंदी कीती आ, वो उन्हें करना है, साडे कहे अनुसार नहीं। और महाराज साहब कहते मेरे चित ना होए जो कुछ वो कर देंदा है, वो मनुख दे चित चेते ही नहीं हुंदा कि आ भी हो जाएगा। महाराज सच्चे पातशाह कहते ने संसार विच आया मालिक नू चितविया कर, बुरा ना कर। ये बुरा करना बुरा बीज बोना है। जदों मनुख बुरा बीज बोंदा है उन्होंने पता नहीं लगता, तो आस ये करता जिमें बाबा फरीद साहब के बचन है ना, फरीदा लोड़ै दाख बिजौरियां ते किकर बीजै जट, हंडै उन कताए दा पैदा लोड़ै पट। बीज तां किकरां दे बोंदा है, कहंदा है बजौर देश दीयां दाखां जिहड़ियां प्राप्त होण। हुण बीज जिहड़ा बीजिया उही ना दुख बीजिया है, ते सुख कित्थों उपलब्ध होवेगा। महाराज साहब कहंदे सुख और जिहड़ा उहनूं और बीजना कर, नाम नू बीज, हिरदे विच प्रफुल्लता आवेगी। कि ऐसा ना हो जावे खुदाया हफ्श के बंदे वफा को बेच देते हैं, क्या कहिए खुदा के घर की खुद खुदा को बेच देते हैं। और आदमी धार्मिक और धार्मिकता भी दात ला देंदा है, उन्होंने मुल मिलना चाहिए। महाराज साहब कहते नहीं सजना, ये मालिक नाल ऐसा ना कर। वो सद सुनदा सद वेखदा क्यों मुकर पाया जाए, ये वक्री बात है बई। वो कहंदा मैनू कुछ नहीं होया। महाराज कहंदे समा नहीं आया। जदों समा आ गया ना तेनों दंड भुगताउण दा, उदों ने सकिंट भी नहीं जे लाउणा। जदों गुरु सिटदा है, असीं कहने बई ओ फलाने नूं की हो गया। जदों गुरु पुट्ठी भवांतड़ी दे के सिटदा है ना, फिर बंदा भी कोई चाह के भी नहीं बचा सकता। इस करके गुरु तो डरिया करिए, रब तो डरिया करिए, मनुख तो ना डरो। धर्म कर्म सतगुरु दे अनुकूल होके करिए। साडा आया सफला भुल्लां दी खिमा, सतगुरु दे बचन जान हिरदियां च वसावणे। दास नूं गुरु की संगत दा, गुरु गोबिंद सिंह दे दर दा कूकर जान, बेअंत भुल्लां दी खिमा करनी। इत्थों तक गुरु तेग बहादुर महाराज जी दे 38 सलोकां दी विचार हो गई। जिवें 39वें दी अगे आरंभता हुंदी है, वो आपां अगे वाचन दा यतन करांगे। इन्नियां बेनतियां प्रवान जी। वाहिगुरु जी का खालसा, वाहिगुरु जी की फतेह। तू ठाकुर तुम जियो पिंड सब, तुम मात पिता कोई न जाने। सगल समगरी
नानक दास तुद आगे अरदास हमारी। साव तेरी बड़ियाई कोई। वाहिगुरु वाहिगुरु साहिब जी अरदास एक ओंकार श्री वाहिगुरु जी की फतेह। श्री भगवती सहाय बार भगवती जी की पासे दसवीं। प्रथम भगवती सिमर कै गुरु नानक लई ध्याए, फिर अंगद गुर ते अमरदास रामदासे होई सहाय। अर्जन हरगोबिंद नाम सिमरो श्री हराए। श्री हरि कृष्ण ध्याईऐ डिठै सतुख जाए, तेग बहादुर सिमरैया करनौन दावै धाए। सफथाई होना सहाय दसवें पातशाह श्री गुरु गोबिंद सिंह महाराज। सफथाई होना सहाय दसा पातशाही जोत। श्री गुरु ग्रंथ ਸਾਹਿਬ ਦੇ ਪਾਠ दर्शन दीदार का ध्यान तर खालसे बोलो जी वाहिगुरू। पंजा प्यारिਆਂ चार साहिबजादिਆਂ 40 मुक्तियां हटियां जपियां तपियां जिन्हां नाम जपिया वंश सकिया देख चलाई तेग बाई देख के नट किया। तिन्हां प्यारिਆਂ सचारिਆਂ ਦੀ पवित्र कमाई का ध्यान तर खालसा बोलो जी। जिन्हां ਸਿੰਘਾਂ ਸਿੰਘਣੀਆਂ ने धर्म हेत सी दिते बंद बंद कटाए, खोपरियां लाहियां ते नारियां नाल चराए गए चरखड़ियां चढ़े। गुरुद्वारे की सेवा ਲਈ कुर्बानियां कीतियां, धर्म नहीं हारिया गुरसिੱਖੀ ਕੇਸਾ ਸਵਾਸਾਂ ਨਾਲ ਨਿਵਾਹੀ। तिन्हां ਸਿੰਘਾਂ ਸਿੰਘਣੀਆਂ ਦੀ पवित्र कमाई का ध्यान तर खालसा बोलो जी। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ध्यान तर खालसा जी बोलो जी। प्रथम है ਸਰਬੱਤ खालसा जी की अरदास है जी। ਸਰਬੱਤ खालसा जी को वाहिगुरु 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 नाम चितावै। चेते आपन का सदका सर्व सुख हो जा जहाँ खालसे सहता ता रश्या रियायत देख देख फतेह व्यर्थ की पाए पंथ की जीत। श्री साहिब जी सहाय खालसा जी के बोल बाले बोलो जी। सिखा नूं सिखी दान, केस दान, रहत दान, विवेक दान, विसाह दान, भरोसा दान, दाना सरदान नाम दान। श्री अमृतसर साहिब जी के दर्शन स्नान, चौकियाँ झंडे बुंगे जुगो जुगे अटल। धर्म का जयकार खालसा जी के बोल बाले बोलो जी। सिखा का मानी मामा तुची मत पादा राखा, कालपुरख वाहिगुरू कालपुरख आप जी अपने पंथ सदा सहाय दतार जी। उसे ननकाना साहिब तो लैकर के होर गुरुद्वारे गुरुधामा जिन्हों तो सिख पंथ नूं विछोड़िया गया है, खुले दर्शन दीदार ते सेवा संभाल का दान प्यारे खालसे नूं बख्शो। हे निमाणियां दे मान ताणियां दे ताण नेउटां दी ओट सतगुरु धन धन सतगुरु श्री गुरु गोबिंद सिंह जी महाराज। धन धन सतगुरु श्री गुरु ग्रंथ साहिब जी महाराज दे हजूर अरदास बेनती है पातशाह जी आप जी की पार किरपा रहमत सदका अमृत वे सुंदर दीवान सजे सजे दीवाना विच लाही बनते नित्य प्रांत आस दी बार ते कीर्तन लड़ी बार कथा विचारो पातशाह जी। कथा विचार करद्या कोलों कीर्तन करद्या कोलों लाही बनते नित्यनेम करद्या कोलों सेवा संभाल करद्या कोलों होईयां भुलां दी खिमा माफी बख्श करनी। अगे वास्ते बाणी पढ़न दा, कीर्तन करन दा, कथा विचार करन दा, सेवा संभाल करन दा बल बख्शना। अमृत वेले तो लै करके बेअंत संगतां ने पावन दरबार दीयां हाजरियां भरियां, सब दीयां हाजरियां दर प्रवान करनियां। चलिया होया कदम कदम लेखे विच लाउणा, संगतां नूं अपने दरों घरों गुरसिੱਖੀ दात ना बनदा प्यार बख्शना, चढ़दी कला बख्श करनी पातशाह जी। अमृत वेले नूं मुख रखदे होए दाते ते हावल कड़ा प्रसाद दी देगा सज के हाजर ने आप दर प्रवान करो। दर प्रवान होया कड़ा प्रसाद समूह संगत वरते जो जी सके। सतनाम श्री वाहिगुरू 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 जपे जी। किरपा करो आई संगत नूं अपना लाही हुक्म ना बख्श के नदरों नदर निहाल करो। हुक्मनामे पर चलन की संगतां नूं समाज सोझी बख्शो। सिख पढ़दे सुणदे सरबत लाहेबंद होवन, नानक नाम चढ़दी कला तेरे भाणे सरबत दा भला। वाहिगुरू जी का खालसा वाहिगुरू जी की फतेह। दोहरा आग्या भई अकाल की तभी चलायो, सब सिखण को हुक्म है गुरु मान्यो। गुरु ग्रंथ जी मान्यो प्रगट गुरां की, जो प्रभ को मिल बुझ है खोज साध में। राज करेगा खालसा आकी रहे, खुआर होए सा मिलेंगे बचे। खुआर होए सा मिलेंगे बचे। बोले सो निहाल सत श्री अकाल। वाहिगुरू जी का खालसा वाहिगुरू जी की फतेह। सतनाम
ਧੰਨ ਵਾਹਿਗੁਰੂ ਸਾਹਿਬ ਜੀਓ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਦਰਸ਼ਨ ਪਰਸੈ ਗੁਰੂ ਕੈ ਜਨਮ। ਹੋਵੇ ਸਿਫਤ ਖਸਾਮੰਦੀ ਨੂਰ ਅਰਸੋ ਤੁਧ ਡਿਠੇ ਸਚੇ ਪਾਤਸ਼ਾਹ ਮਲ। ਸਜਣ ਸਚਾ ਪਾਤਸ਼ਾਹ ਸਿਰ ਜਿਸ ਪਾਸ ਬਹਿਠਿਆ ਸੂਹੀਐ ਸਬਣ। ਜਿਸ ਪਾਸ ਬਹਿਠਿਆ ਸੂਹੀਐ। ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ ਘਰ ਦੂਜਾ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਥਾ ਲੈਨ ਮਹਿ ਤਾਰੂ ਤਾਰਨ ਹਾਰੇ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਥਾ ਲੈਨ ਮਹਿ ਤਾਰੂ ਤਾਰਨ ਹਾਰੇ। ਮਾਧ ਤੂ ਠਾਕੁਰ ਸਿਰ ਮੂਰਾ ਇਹਾ ਉਹਾ ਤੁਹਾਰੂ ਧੂਰਾ ਰਹਾਉ। ਕੀਤੇ ਕੋ ਮੇਰੇ ਸਮਾਨੈ ਕਰਨਹਾਰ ਤ੍ਰਿਣ ਜਾਣੈ। ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨੈ। ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ। ਰੂੜ ਗੂੜ ਗੈਰ ਗੰਭੀਰ ਉੱਚੋ ਅਗਮਾ ਪਾਰੇ। ਸਾਧ ਸੰਗ ਜੋ ਤੁਮੈ ਮਲਾਇਓ ਤਬ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਸਾਧ ਸੰਗ ਜੋ ਤੁਮੈ ਮਲਾਇਓ ਤਬ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।